Hello BCA second year class. This is the part 2 of congestion control mechanism. ਜਿਵੇਂ ਆਪਾਂ ਪੜ ਚੁੱਕੇ ਹਾਂ ਕਿ ਕੰਜੈਸ਼ਨ ਕੰਟਰੋਲ ਐਲਗੋਰਿਥਮਸ ਯੂਜ਼ ਹੁੰਦੀਆਂ ਨੇ ਉਹਦੇ ਚ ਸਭ ਤੋਂ ਜਿਹੜੀ ਕੀ ਮੈਕੈਨਿਜ਼ਮ ਯੂਜ਼ ਹੁੰਦੀ ਹੈ ਉਹ ਹੁੰਦੀ ਹੈ ਟ੍ਰੈਫਿਕ ਸ਼ੇਪਿੰਗ। ਠੀਕ ਹੈ, ਟ੍ਰੈਫਿਕ ਸ਼ੇਪਿੰਗ ਦਾ ਵਿੱਚ ਕੀ ਹੁੰਦਾ ਹੈ ਕਿ ਜਿੰਨੇ ਵੀ ਪੈਕੇਟਸ ਜਿਸ ਤਰੀਕੇ ਨਾਲ ਵੀ ਆਉਂਦੇ ਹੈਗੇ ਆ ਉਹਨਾਂ ਸਾਰੇ ਪੈਕੇਟਸ ਨੂੰ ਅਸੀਂ ਇੱਕ ਸਹੀ ਤਰੀਕੇ ਦੇ ਨਾਲ ਸੈਂਡ ਕਰਦੇ ਹਾਂ। This is the open loop method of congestion control is to shape the traffic before it enters into the network. Network ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਹੀ ਟ੍ਰੈਫਿਕ ਨੂੰ ਸ਼ੇਪ ਦੇ ਦਿੱਤੀ ਜਾਵੇ। It helps to manage the congestion by forcing the packet to be transmitted at more uniform rate and used in the ATMs and integrated service network. ਇਸ ਤਰ੍ਹਾਂ ਦੀ ਜਿਹੜੀ ਟੈਕਨੀਕ ਹੈਗੀ ਆ ਉਹ ATMs ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਕਿ ਫੋਰਸਿਬਲੀ ਪੈਕੇਟਸ ਨੂੰ ਯੂਨੀਫਾਰਮ ਰੇਟ ਦੇ ਵਿੱਚ ਸਹੀ ਉਹੀ ਫਿਕਸ ਅਮਾਊਂਟ ਦੇ ਵਿੱਚ ਹੀ ਜਾਣਾ ਪੈਂਦਾ। ਮੇਨ ਗੋਲਸ ਕੀ ਹੈਗੇ ਇਹਦੇ ਟੂ ਐਡਜਸਟ ਦਾ ਟ੍ਰੈਫਿਕ ਸੋ ਇਟ ਕੈਨ ਬੀ ਸ਼ੇਪਡ, ਟ੍ਰੈਫਿਕ ਨੂੰ ਐਡਜਸਟ ਕਰਨਾ ਤਾਂ ਕਿ ਇਹਨੂੰ ਸ਼ੇਪ ਕੀਤਾ ਜਾ ਸਕੇ। ट्रांसमिशन शुड ऑलवेज बी स्टडी, प्रेडिक्टेबल और यूनीफॉर्म। ट्रांसमिशन जोड़ा है वो स्टेबल होना चाहिए, प्रेडिक्टेबल पता होना चाहिए भी इन्नियां चीज़ां आनियां तो यूनीफॉर्म। यूनीफॉर्मिटी इज़ द डिजायर्ड फीचर बिकॉज ट्रांसमिशन इज़ ऑफन बर्स्टी तो ट्रांसमिशन बर्स्टी हुंदा इस करके। ट्रैफिक शेपिंग के वास्ते दो तरह दी असीं एल्गोरिथम्स यूज़ करते हैं, लीकी बकेट एंड टोकन बकेट। जिहड़ी टोकन बकेट एल्गोरिथम First है leaky bucket algorithm. Leaky bucket algorithm is the most famous algorithm of traffic shaping. The principle of this algo is to take a bucket with a small hole at its bottom, irrespective of the rate at which water enters in the bucket. The water outflow takes place at the constant rate, that is the 10 drops per minute. When there is any water in the bucket and the water flow is the zero when there is the bucket is the empty. ਹੁਣ ਇਹਦੇ ਵਿੱਚ ਅਸੀਂ ਇੱਕ ਟੈਕਨੀਕ ਯੂਜ਼ ਕਰ ਰਹੇ ਹਾਂ। ਅਗਲੀ ਸਲਾਈਡ ਦੇ ਵਿੱਚ ਆਪਾਂ ਦੇਖਾਂਗੇ ਕਿ ਲੀਕੀ ਬਕਟ ਟੈਕਨੀਕ ਕਿਹੜੀ ਹੈ ਕਿ ਇੱਕ ਬਕਟ ਜਾਂ ਇੱਕ ਟੱਪ ਲਓ, ਉਹਦੇ ਨੀਚੇ ਹੋਲ ਹੋਵੇ, ਉਹਦੇ ਵਿੱਚੋਂ ਇੱਕ ਫਿਕਸਡ ਰੇਟ ਦੇ ਵਿੱਚ ਕੋਈ ਵੀ ਡਾਟਾ ਜਿਹੜਾ ਹੈਗਾ ਆਊਟਫਲੋ ਹੋਈ ਜਾਵੇ ਕੌਨਸਟੈਂਟ ਰੇਟ 'ਚ। ਜਿਵੇਂ 10 ਡ੍ਰੌਪਸ 1 ਮਿੰਟ ਦੇ ਵਿੱਚ ਨਿਕਲਣ, ਜਿਵੇਂ ਕਿ ਆਹ ਲੀਕੀ ਬਕਟ ਦੇ ਵਿੱਚ ਦਿਖਾ ਰਿਹਾ। ਠੀਕ ਹੈ, ਜਿੰਨਾ ਓਵਰਫਲੋ ਹੋਏਗਾ ਉਹ ਇਹਦੇ ਵਿੱਚ ਹੋਏਗਾ ਤੇ ਜਦੋਂ ਬਕਟ ਖਾਲੀ ਹੋਏਗੀ ਤਾਂ ਉਹ ਆਪਣੇ ਆਪ ਨੂੰ ਜ਼ੀਰੋ। ਲੀਕੀ ਬਕਟ ਵਿਦ ਵਾਟਰ ਪੈਕੇਟਸ ਐਂਡ ਲੀਕੀ ਬਕਟ ਵਿਦ ਦ ਪੈਕੇਟਸ। ਠੀਕ ਹੈ, ਹੁਣ ਇਹਦੇ ਵਿੱਚ ਆ ਪੈਕੇਟ ਸਾਰੇ ਇੱਥੇ ਇਕੱਠੇ ਹੋ ਰਹੇ ਆ, ਕੌਨਸਟੈਂਟਲੀ 3-3 ਪੈਕੇਟ ਬਾਹਰ ਜਾਣੇ ਆ ਤਾਂ 3-3 ਪੈਕੇਟ ਹੀ ਬਾਹਰ ਜਾਣਗੇ। ਆਉਣ ਨੂੰ ਭਾਵੇਂ ਉਹਦੇ ਵਿੱਚ 5 ਪੈਕੇਟਸ ਜਿਹੜੇ ਆ ਉਹ ਆ ਰਹੇ ਆ। The fundamental principle of leaky bucket is followed between the network and host machine. ਇਹਨੂੰ host machine ਤੇ network ਦੇ ਵਿਚਾਲੇ follow ਕੀਤਾ ਜਾਂਦਾ ਹੈ। We can use an interface leaky bucket in a network which stores the incoming packets and forward them with the uniform rate. With the if the interface of buffer is full when new packet arrive then incoming packet is discarded. ਜੇ ਜਿਹੜਾ interface buffer full ਹੋਵੇ ਤਾਂ ਜਿਹੜਾ ਨਵਾਂ ਪੈਕੇਟ ਆਏਗਾ ਉਹਨੂੰ ਇਹਦੇ ਵਿੱਚੋਂ ਰਿਮੂਵ ਕਰ ਦਿੱਤਾ ਜਾਏਗਾ। ਠੀਕ ਹੈ, ਸਮਝ ਲੱਗੀ ਇਸ ਪੈਕੇਟ ਦੀ। ਹੁਣ ਆ ਲੀਕੀ ਬਕਟ ਵਾਲਾ ਹੀ ਐਲਗੋਰਿਥਮ ਇੱਥੇ ਜਿਹੜੀ ਹੈਗੀ ਹੈ ਇਸ ਤਰੀਕੇ ਨਾਲ ਸਮਝਾਈ ਗਈ ਹੈ ਕਿ ਫਲੋ ਇਦਾਂ ਹੋਏਗਾ ਕਿ 2 Mbps ਸੈਂਡ ਕਰ ਸਕਦਾ ਹੋਏਗਾ, 12 Mbps ਆਏਗਾ, ਪਰ ਜਦੋਂ ਅਸੀਂ ਫਿਕਸਡ ਫਲੋ ਕਰ ਦਾਂਗੇ ਕਿ 3 Mbps ਡਾਟਾ ਹੀ ਫਿਕਸਡ ਰੇਟ ਦੇ ਉੱਤੇ ਅੱਗੇ ਸੈਂਡ ਹੋਏਗਾ। ਬਸਟੀ ਡਾਟਾ ਇਹ ਹੋਏਗਾ ਕਿ 12 MB ਆਏਗਾ ਤੇ ਬਾਕੀ 2 MB ਡਾਟਾ ਸਿਰਫ ਉਹਦੇ ਵਿੱਚੋਂ ਬਾਹਰ ਜਾਏਗਾ। ਜਿਹੜੀ ਲੀਕੀ ਬਕਟ ਐਲਗੋਰਿਥਮ ਹੈਗੀ ਹੈ ਉਹ ਬਸਟੀ ਟ੍ਰੈਫਿਕ ਨੂੰ ਸ਼ੇਪ ਕਰਦੀ ਹੈ। ਫਿਕਸਡ ਰੇਟ ਆਫ ਟ੍ਰੈਫਿਕ ਹੁੰਦਾ ਹੈ ਐਵਰੇਜਿੰਗ ਦਾ ਡਾਟਾ ਰੇਟ ਐਂਡ ਇਟ ਮੇ ਡ੍ਰੌਪ ਦਾ ਪੈਕੇਟਸ ਇਫ ਦਾ ਬਕਟ ਇਜ਼ ਫੁੱਲ। ਬਕਟ ਫੁੱਲ ਜਦੋਂ ਹੁੰਦੀ ਹੈ ਤਾਂ ਇਹ ਪੈਕੇਟਸ ਆਪਣੇ ਅੰਦਰੋਂ ਡ੍ਰੌਪ ਕਰ ਦਿੰਦੀ ਹੈ। ਦੂਸਰੀ ਜਿਹੜੀ ਟੈਕਨੀਕ ਹੈਗੀ ਆ ਉਹ ਹੈਗੀ ਹੈ ਟੋਕਨ ਬਕਟ ਐਲਗੋਰਿਥਮ। ਦਿਸ ਐਲਗੋਰਿਥਮ ਇਜ਼ ਸਿਮਿਲਰ ਟੂ ਲੀਕੀ ਬਕਟ ਬਟ ਇਟ ਅਲਾਉਜ਼ ਦਾ ਬਰਸਟ ਡਾਟਾ ਟ੍ਰਾਂਸਫਰ, ਪਰ ਇਹਦੇ ਵਿੱਚ ਬਰਸਟ ਡਾਟਾ ਟ੍ਰਾਂਸਫਰ ਵੀ ਅਲਾਉ ਹੁੰਦੀ ਹੈ। The token bucket contain tokens. A token generator constantly produces the token at the rate of the R token per second and places them into the token bucket. Bucket ਦੇ ਵਿੱਚ token generator ਇੱਕ ਹੋਏਗਾ, ਉਹ ਹਰ ਇੱਕ ਡਾਟਾ ਪੈਕਟ ਨੂੰ ਲਏਗਾ, ਉਹਨੂੰ ਇੱਕ token ਜਿਹੜਾ ਹੈਗਾ ਜਨਰੇਟ ਕਰਕੇ ਦੇਗਾ, token bucket ਦੇ ਵਿੱਚ ਉਹਨਾਂ ਨੂੰ ਰੱਖਿਆ ਜਾਏਗਾ। At clock interval rate at 1 token at every t second. ਹਰ ਇੱਕ ਡੈਲਟਾ ਟੀ ਸੈਕਿੰਡ ਦੇ ਵਿੱਚ ਟੋਕਨ ਬਕਟ ਦੇ ਵਿੱਚ ਜਿਹੜਾ ਇੱਕ ਟੋਕਨ ਜਾਏਗਾ। ਐਜ਼ਿਊਮ ਕੀ ਕਰ ਸਕਦੇ ਹਾਂ ਆਪਾਂ ਅਸੀਂ ਇਹਦੇ 'ਚ ਐਗਜ਼ਾਮਪਲ ਕੀ ਹੈਗੀ ਆ ਕਿ ਮੈਕਸਿਮਮ ਸਾਈਜ਼ ਆਫ ਬਕਟ ਟੋਕਨ ਇਜ਼ 200 ਟੋਕਨ। ਜੇ ਬਕਟ ਦੇ ਟੋਕਨ ਦਾ ਸਾਈਜ਼ 200 ਟੋਕਨ ਹੈ, ਕੰਸੀਡਰ ਸਿਸਟਮ ਜਨਰੇਟ 3 ਟੋਕਨਸ ਪਰ ਸੈਕਿੰਡ। ਇੱਕ ਸਕਿੰਟ ਦੇ ਵਿੱਚ 3 ਟੋਕਨ ਜਨਰੇਟ ਕਰਦਾ ਹੈ ਐਂਡ ਹੋਸਟ ਵਿਲ ਆਈਡਲ ਫਾਰ 20 ਸੈਕਿੰਡ, ਤਾਂ 20 ਸਕਿੰਟ ਉਹ ਬੈਠਦਾ ਫ੍ਰੀ।
Therefore the bucket contains 60 tokens ਤੇ ਸਾਨੂੰ ਪਤਾ ਕਿ bucket ਦੇ ਵਿੱਚ 60 token ਹੋ ਸਕਦੇ ਆ। Now host make a request for burst transfer of 60 packet. The system can immediately release the 60 token and allow the burst data transfer of 60 packet ਤੇ ਇਹਦੇ ਨਾਲ ਇਹ 60 packets ਦੀ burst data transfer ਕਰ ਸਕਦਾ ਹੈ ਇਸ ਤਰੀਕੇ ਨਾਲ। ਜਿਵੇਂ ਹੋਸਟ ਕੰਪਿਊਟਰ ਹੈ ਇਹ ਟੋਕਨ ਆਪਣੀ ਬਕਟ ਦੇ ਵਿੱਚ ਹੋਲਡ ਕਰੀ ਜਾਏਗਾ। ਨੈਟਵਰਕ ਦੇ ਵਿੱਚ ਹਰ ਇੱਕ ਟੋਕਨ ਮਤਲਬ ਐਡ ਹੋ ਜਾਏਗਾ ਐਟ ਅ ਟੀ ਸੈਕਿੰਡ, ਇੱਕ ਹਰ ਇੱਕ ਸਕਿੰਟ ਦੇ ਬਾਅਦ ਤਿੰਨ ਜਿਹੜੇ ਆ ਟੋਕਨਸ ਉਹਦੇ ਅੰਦਰ ਜਨਰੇਟ ਹੋ ਰਹੇ ਆ। ਉਸ ਤੋਂ ਬਾਅਦ ਹੋਸਟ ਕੰਪਿਊਟਰ ਕੀ ਕਰੇਗਾ, ਤਿੰਨ ਟੋਕਨਸ ਨੂੰ ਬਾਹਰ ਰਿਲੀਜ਼ ਵੀ ਕਰੇਗਾ। ਬਟ ਜੇ ਮਤਲਬ ਟੋਕਨਸ ਐਡਿਡ ਹੋਈ ਜਾਣਗੇ ਪਰ ਟਿਕ 1 ਟੋਕਨ ਰਿਮੂਵ ਐਂਡ ਡਿਸਕਾਰਡਡ ਦਾ ਪਰ ਸੈਲ ਟਰਾਂਸਮਿਟਡ, ਇੱਕ ਟੋਕਨ ਹੋ ਜਾਏਗਾ। ਜੇ ਤਾਂ ਅਰਾਈਵਲ 'ਚ ਫੁੱਲ ਹੈ ਤਾਂ ਉਹਨੂੰ ਡਿਸਕਾਰਡ ਕੀਤਾ ਜਾਏਗਾ, ਅਦਰਵਾਈਜ਼ ਕਿਊ ਦੇ ਵਿੱਚ ਬਰਸਟ ਡਾਟਾ ਇਕੱਠੇ ਦੇ ਇਕੱਠੇ 60 ਦੇ 60 ਟੋਕਨਸ ਵੀ ਕੱਢ ਕੇ ਜਿਹੜੇ ਹੈਗੇ ਆ ਉਹ ਇਹਨਾਂ ਨੂੰ ਦਿੱਤੇ ਜਾਂਦੇ ਆ। ਠੀਕ ਹੈ, ਬਰਸਟ ਡਾਟਾ ਟ੍ਰਾਂਸਫਰ। ਤੇ ਜਿਹੜੀ ਟੋਕਨ ਬਕਟ ਹੁੰਦੀ ਹੈ ਡਾਟਾ ਬਰਸਟੀ ਟ੍ਰੈਫਿਕ ਨੂੰ ਵੀ ਰੈਗੂਲੇਟ ਕਰਦੀ ਹੈ ਇੱਕ ਮੈਕਸਿਮਮ ਰੇਟ ਦੇ ਉੱਤੇ। ਹੁਣ ਆਪਾਂ ਦੋਨਾਂ ਦਾ ਜਿਹੜਾ ਹੈਗਾ ਡਿਫਰੈਂਸ ਪੜ੍ਹ ਰਹੇ ਹਾਂ ਕਿ ਲੀਕੀ ਬਕਟ ਵਰਸਸ ਟੋਕਨ ਬਕਟ। ਲੀਕੀ ਬਕਟ ਡਿਸਕਾਰਡ ਕਰ ਦਿੰਦੀ ਹੈ ਪੈਕੇਟ ਨੂੰ, ਪਰ ਟੋਕਨ ਬਕਟ ਡਿਸਕਾਰਡ ਨਹੀਂ ਕਰਦੀ। ਟੋਕਨ ਬਕਟ ਡਿਸਕਾਰਡ ਟੋਕਨ ਕਦੋਂ, ਜਦੋਂ ਇਹਦੇ ਕੋਲ ਟਾਈਮ ਜਿਹੜਾ ਟਾਈਮ ਤੋਂ ਮਤਲਬ ਜਿੰਨਾ ਰੇਂਜ ਹੈਗੀ ਉਸ ਤੋਂ ਵੱਧ ਹੋਣ। with the token bucket a packet can only be transmitted if there are enough tokens to cover its length in bytes। ਉਦੋਂ ਜਦੋਂ ਇਹਦੇ ਜਿਹੜੇ ਪੈਕੇਟਸ ਟ੍ਰਾਂਸਮਿਟ ਹੋ ਰਹੇ ਹੋਣ ਪਰ ਬਹੁਤ ਸਾਰੇ ਟੋਕਨ ਹੋ ਜਾਣ ਜਿਹੜੇ ਇਹਦੀ ਲੈਂਥ ਬਾਈਟ ਨੂੰ ਕਵਰ ਕਰ ਸਕਦੇ ਆ ਉਹਨਾਂ ਨੂੰ। ਲੀਕੀ ਬਕਟ ਸੈਂਡ ਕਰਦੀ ਹੈ ਪੈਕੇਟਸ ਐਟ ਐਨ ਐਵਰੇਜ ਰੇਟ, ਇੱਕ ਐਵਰੇਜ ਰੇਟ ਦੇ ਉੱਤੇ। ਟੋਕਨ ਬਕਟ ਜਿਹੜੀ ਹੈ ਲਾਰਜ ਬਰਸਟ ਸੈਂਡ ਕਰ ਸਕਦੀ ਹੈ, ਫਾਸਟਰ ਸਪੀਡਿੰਗ ਅਪ ਦਾ ਆਊਟਪੁੱਟ। ਟੋਕਨ ਬਕਟ ਅਲਾਉ ਕਰਦੀ ਹੈ ਸੇਵਿੰਗ ਅਪ ਟੋਕਨਸ ਪਰਮਿਸ਼ਨਸ ਟੂ ਸੈਂਡ ਦਾ ਲਾਰਜ ਬਰਸਟ। ਜਿਹੜੀ ਲੀਕੀ ਬਕਟ ਹੈ ਉਹ ਇਸ ਤਰ੍ਹਾਂ ਦੀ ਸੇਵਿੰਗ ਜਿਹੜੀ ਹੈ ਸਾਡੇ ਲਈ ਨਹੀਂ ਪਰਫੋਰਮ ਕਰਦੀ। ਥੈਂਕ ਯੂ।